ऐ मेरे वतन के लोगों जरा आँख में भर लो पानी, जो शहीद हुए हैं उनकी जरा याद करो कुर्बानी। ਭਾਰਤ ਨੂੰ ਆਜ਼ਾਦ ਕਰਾਉਣ ਵਿੱਚ ਅਨੇਕਾਂ ਹੀ ਜਿਹੜੇ ਹੈਗੇ ਆ ਸੁਤੰਤਰਤਾ ਸੰਗਰਾਮੀ ਜਿਹੜੇ ਹੈਗੇ ਨੇ ਹੋਏ ਨੇ। ਉਸ ਤੋਂ ਬਾਅਦ ਜਿਹੜੀ ਹੈਗੀ ਆ ਭਾਰਤ ਨੂੰ ਆਜ਼ਾਦੀ ਮਿਲੀ। ਬਹੁਤ ਸਾਰੇ ਐਸੇ ਪਰਿਵਾਰ ਨੇ ਜਿਹੜੇ ਇਸ ਆਜ਼ਾਦੀ ਦੀ ਮੁਹਿੰਮ ਵਿੱਚ ਸ਼ਾਮਲ ਹੋਏ। ਉਹਨਾਂ ਨਾਲ ਅਸੀਂ ਜਿਹੜੀ ਹੈਗੀ ਆ ਰਾਬਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸ ਸਮੇਂ ਖੰਨਾ ਦੇ ਵਿੱਚ ਭਾਟੀਆ ਪਰਿਵਾਰ ਦੇ ਘਰ ਅਸੀਂ ਮੌਜੂਦ ਹਾਂ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਉਸ ਤੋਂ ਇਲਾਵਾ ਇੱਕ ਹੋਰ ਪਰਿਵਾਰ ਵੀ ਹੈ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਜਿਨ੍ਹਾਂ ਦੇ ਦਾਦਾ ਜੀ ਨੇ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਇਆ ਸੀ। ਅਸੀਂ ਵਿੱਕੀ ਭਾਟੀਆ ਜੀ ਨਾਲ ਗੱਲ ਕਰਾਂਗੇ। ਵਿੱਕੀ ਭਾਟੀਆ ਜੀ, ਫਾਸਟਵੇ ਨਿਊਜ਼ 'ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਪਹਿਲਾਂ ਤਾਂ ਫਾਸਟਵੇ ਨਿਊਜ਼ ਦਾ ਇੱਥੇ ਆਏ ਤੇ ਮੈਂ ਧੰਨਵਾਦ ਕਰਦਾ ਹਾਂ। ਲੱਕੀ ਜੀ, ਲਖਵਿੰਦਰ ਸਿੰਘ ਲੱਕੀ ਜੀ, ਤੁਸੀਂ ਇੱਥੇ ਆਏ, ਜੀ ਆਇਆਂ ਨੂੰ ਆਪ ਜੀ ਨੂੰ ਕਹਿੰਦੇ ਹਾਂ। ਭਾਟੀਆ ਸਾਹਿਬ, ਇੱਕ ਆਪਣੇ ਦਰਸ਼ਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਤੁਹਾਡੇ ਜਿਹੜੇ ਦਾਦਾ ਜੀ ਸੀਗੇ ਉਹਨਾਂ ਦੇ ਥੋੜ੍ਹੀ ਜਿਹੀ ਹਿਸਟਰੀ ਅਸੀਂ ਸ਼ਾਰਟ 'ਚ ਚਾਹਾਂਗੇ ਆਪਣੇ ਦਰਸ਼ਕਾਂ ਨੂੰ ਦੱਸਣੀ ਚਾਹੀਏ। ਦੇਖੋ, ਮੇਰੇ ਦਾਦਾ ਜੀ ਸਰਦਾਰ ਰਘਬੀਰ ਸਿੰਘ ਭਾਟੀਆ ਜੀ, ਜਿਨ੍ਹਾਂ ਦਾ ਜਨਮ 2 ਜਨਵਰੀ 1912 ਨੂੰ ਪਾਕਿਸਤਾਨ ਦੇ ਸਾਂਗਲਾ ਹਿੱਲ ਵਿਖੇ ਜਥੇਦਾਰ ਸਰਦਾਰ ਹਰਦਿੱਤ ਸਿੰਘ ਜੀ, ਮਾਤਾ ਕੇਸਰਾ ਦੇਵੀ ਜੀ ਦੇ ਕੁੱਖੋਂ ਉਹਨਾਂ ਦਾ ਜਨਮ ਪਾਕਿਸਤਾਨ ਦੇ ਉਸ ਸਮੇਂ ਦੇ ਜੋ ਹੈ ਇਕੱਠਾ ਇੰਡੀਆ ਸੀ, ਪਰ ਉਸ ਸਮੇਂ ਹੁਣ ਜੋ ਅੱਜ ਦੇ ਪਾਕਿਸਤਾਨ ਆ ਉੱਥੇ ਉਹਨਾਂ ਦਾ ਜਨਮ ਹੋਇਆ। ਉਹਨਾਂ ਨੇ ਸਿਵਲ ਨਾਮਫਰਮਾਨੀ ਲਹਿਰ ਦੇ ਵਿੱਚ ਹਿੱਸਾ ਲਿਆ। ਉਹਨਾਂ ਨੂੰ ਕਿਉਂ ਹਿੱਸਾ ਲੈਣਾ ਪਿਆ? ਕਿਉਂਕਿ ਉਹਨਾਂ ਦੇ ਵੱਡੇ ਭਰਾ, ਜੋ ਸਾਨੂੰ ਪਤਾ ਲੱਗਿਆ, ਉਹਨਾਂ ਦੇ ਵੱਡੇ ਭਰਾ ਜੇ ਸਾਡੇ ਦਾਦਾ ਜੀ ਦੇ ਵੱਡੇ ਭਰਾ ਸਨ ਸਰਦਾਰ ਅਜੀਤ ਸਿੰਘ ਜੀ, ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਪਹਿਲਾਂ ਹੀ ਅੰਗਰੇਜ਼ਾਂ ਨਾਲ ਲੜਾਈ ਸ਼ੁਰੂ ਕਰ ਦਿੱਤੀ। ਜਦੋਂ ਉਹਨਾਂ ਨੂੰ ਜੇਲ੍ਹ 'ਚ ਲਿਜਾਇਆ ਗਿਆ ਤਾਂ ਉਹਨਾਂ ਨੂੰ ਭੁੱਖਿਆਂ ਰੱਖਿਆ ਗਿਆ ਤੇ ਭੁੱਖੇ ਰਹਿ ਕੇ ਉਹਨਾਂ ਦੀ ਮੌਤ ਹੋ ਗਈ ਉਸ ਜੇਲ੍ਹ ਦੇ ਵਿੱਚ। ਇੱਥੋਂ ਪ੍ਰੇਰਨਾ ਲੈਂਦੇ ਸਾਡੇ ਦਾਦਾ ਜੀ ਸਰਦਾਰ ਰਘਬੀਰ ਸਿੰਘ, ਜੋ ਕਿ ਛੋਟੀ ਉਮਰ ਹੀ ਆਜ਼ਾਦੀ ਦੇ ਵਿੱਚ ਯਾਨੀ ਕਿ ਆਜ਼ਾਦ ਕਰਾਉਣ ਲਈ ਦੇਸ਼ ਨੂੰ ਆਜ਼ਾਦੀ 'ਚ ਕੁੱਟ ਗਏ ਤੇ ਉਹਨਾਂ ਨੇ ਸਿਵਲ ਨਾਫਰਮਾਨੀ ਲਹਿਰ ਦੇ ਵਿੱਚ ਉਹਨਾਂ ਨੇ ਹਿੱਸਾ ਲਿਆ ਤੇ 1 ਸਾਲ ਦੀ ਉਹਨਾਂ ਨੇ ਸਜ਼ਾ ਭੋਗੀ। ਅੱਜ ਜੋ ਅਸੀਂ ਦੇਸ਼ ਦੇ ਵਿੱਚ ਆਜ਼ਾਦੀ ਦਾ ਨਿਗਮ ਮਾਣ ਰਹੇ ਹਾਂ, ਉਹਨਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ 'ਚ ਅਹਿਮ ਰੋਲ ਅਦਾ ਕੀਤਾ ਤੇ ਅੱਜ ਅਸੀਂ ਆਜ਼ਾਦੀ ਦਾ ਜੋ ਨਿਗਮ ਮਾਣ ਰਹੇ ਹਾਂ ਭਾਰਤ ਦੇਸ਼ ਦੇ ਵਿੱਚ, ਇਹ ਉਹਨਾਂ ਦੀ ਹੀ ਬਦੌਲਤ ਹੈ। ਔਰ ਸਾਨੂੰ ਮਾਣ ਹੈ ਇਸ ਗੱਲ ਦਾ, ਜਦੋਂ ਸਾਨੂੰ 26 ਜਨਵਰੀ ਨੂੰ ਜਾਂ 15 ਅਗਸਤ ਨੂੰ ਦੇਸ਼ ਦੀ ਆਜ਼ਾਦੀ ਵਰ੍ਹੇਗੰਢ ਦੇ ਮੌਕੇ 'ਤੇ ਸਾਨੂੰ ਸਨਮਾਨ ਕੀਤਾ ਜਾਂਦਾ ਹੈ ਤਾਂ ਸਾਨੂੰ ਬਹੁਤ ਵੱਡਾ ਮਾਣ ਮਹਿਸੂਸ ਹੁੰਦਾ ਹੈ ਵੀ ਅਸੀਂ ਇਸ ਭਾਰਤ ਦੇਸ਼ ਨੂੰ ਆਜ਼ਾਦ ਕਰਾਉਣ 'ਚ ਸਾਡੇ ਪਰਿਵਾਰ ਨੇ ਬਹੁਤ ਵੱਡਾ ਯੋਗਦਾਨ ਪਾਇਆ। ਜਿੱਦਾਂ ਕਿ ਆਜ਼ਾਦੀ ਦੇ ਵਿੱਚ ਅਨੇਕਾਂ ਜਿਹੜੇ ਹੈਗੇ ਸੁਤੰਤਰਤਾ ਸੰਗਰਾਮੀ ਹੋਏ ਨੇ, ਉਹਨਾਂ ਨੇ ਜਿਹੜੀ ਕਿ ਉਹਨਾਂ ਦੇ ਬਦੌਲਤ ਅੱਜ ਆਪਾਂ ਜਿਹੜੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ। ਕਿੰਨਾ ਕੁ ਤੁਸੀਂ ਮੰਨਦੇ ਹੋ ਵੀ ਜਿਹੜੇ ਹੈਗੇ ਉਹਨਾਂ ਦੇ ਅੱਜ ਦੇ ਜਿਹੜੇ ਹੈਗਾ ਸੁਪਨੇ ਵੇਖੇ ਸੀਗੇ ਉਹਨਾਂ ਨੇ ਭਾਰਤ ਨੂੰ ਆਜ਼ਾਦ ਕਰਨ ਲਈ, ਕੀ ਉੱਦਾਂ ਦਾ ਨਿੱਘ ਮਾਣ ਰਹੇ ਹਾਂ ਆਪਾਂ? ਨਹੀਂ, ਦੇਖੋ, ਤੁਸੀਂ ਗੱਲ ਕੀਤੀ ਨਿੱਘ ਮਾਣ ਦੀ। ਨਿੱਘ ਤਾਂ ਦੇਖੋ ਅਸੀਂ ਮਾਣ ਹੀ ਰਹੇ ਹਾਂ, ਸਾਨੂੰ ਇਸ ਗੱਲ ਦਾ ਤਾਂ ਮਾਣ ਹੈ। ਬਾਕੀ ਗੱਲ ਤੁਸੀਂ ਕੀਤੀ ਹੈ ਵੀ ਅੱਜ ਦੇ ਸਮੇਂ ਦੀ ਦੇਖੋ ਅਜੋਕੇ ਸਮੇਂ ਬਾਰੇ ਤਾਂ ਮੇਰੇ ਨਾਲ ਜ਼ਿਆਦਾ ਤਾਂ ਸ਼ਾਇਦ ਮੀਡੀਆ ਵਾਲੇ ਹੀ ਜਾਣਦੇ ਨੇ ਕਿੱਦਾਂ ਚੱਲ ਰਿਹਾ, ਪਰ ਫਿਰ ਵੀ ਮੈਂ ਮਾਣ ਮਹਿਸੂਸ ਹੁੰਦਾ ਵੀ ਚਾਹੇ ਸਰਦਾਰ ਕਰਤਾਰ ਸਿੰਘ ਸਰਾਭਾ ਜੀ, ਸਰਦਾਰ ਊਧਮ ਸਿੰਘ ਜੀ, ਸਰਦਾਰ ਭਗਤ ਸਿੰਘ ਜੀ ਅਤੇ ਚੰਦਰ ਸ਼ੇਖਰ ਆਜ਼ਾਦ ਜੀ ਹੋਏ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ। ਉਹਨਾਂ ਦੇ ਨਕਸ਼ੇ ਕਦਮੇ 'ਤੇ ਚੱਲਦੇ ਸਾਡੇ ਪਰਿਵਾਰ ਨੇ ਵੀ ਆਜ਼ਾਦੀ ਦੇ ਵਿੱਚ ਜੋ ਅਹਿਮ ਰੋਲ ਅਦਾ ਕੀਤਾ, ਇਸ ਗੱਲ ਦਾ ਸਾਨੂੰ ਮਾਣ ਹੈ। ਤਾਂ ਇਹ ਸਨ ਵਿੱਕੀ ਭਾਟੀਆ ਜੀ। ਉਸ ਤੋਂ ਇਲਾਵਾ ਉਹਨਾਂ ਦੇ ਪਰਿਵਾਰ ਵਿੱਚ ਵਿੱਕੀ ਭਾਟੀਆ ਜੀ ਜਿਹੜੇ ਇੱਥੇ ਉਹਨਾਂ ਦੇ ਮਿਸਿਸ ਕਾਉਂਸਲਰ ਵੀ ਨੇ, ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਰੂਬੀ ਜੀ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਫਾਸਟਵੇ ਨਿਊਜ਼ 'ਤੇ। ਵੀਰ ਜੀ, ਪਹਿਲਾਂ ਤਾਂ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਆਏ ਹੋ ਸਾਡੇ ਲੈਣ ਵਾਸਤੇ, ਇਸ ਲਈ ਬਹੁਤ ਬਹੁਤ ਧੰਨਵਾਦ। ਕਿੰਨਾ ਕੁ ਮਾਣ ਮਹਿਸੂਸ ਹੁੰਦਾ ਹੈ ਵੀ ਤੁਸੀਂ ਉਸ ਪਰਿਵਾਰ ਤੋਂ ਬਿਲੋਂਗ ਕਰਦੇ ਹੋ ਜਿਨ੍ਹਾਂ ਨੇ ਆਜ਼ਾਦੀ ਦੀ ਲੜਾਈ ਦੇ ਵਿੱਚ ਯੋਗਦਾਨ ਪਾਇਆ? ਮੈਨੂੰ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ, ਮਾਣ ਹੁੰਦਾ ਵੀਰ ਜੀ ਕਿ ਮੈਂ ਇਸ ਪਰਿਵਾਰ ਦੀ, ਫਰੀडम ਫਾਈਟਰ ਪਰਿਵਾਰ ਦੀ ਪੋਤ ਨੂੰ ਆ। ਔਰ ਉਹਨਾਂ ਦੇ ਹੀ ਅਸੀਂ, ਸਾਡੇ ਦਾਦਾ ਜੀ ਦੇ ਨਕਸ਼ੇ ਕਦਮਾਂ 'ਤੇ ਚੱਲਦੇ ਹੋਏ ਅਸੀਂ ਮਤਲਬ ਕਿ 2 ਵਾਰ ਅਸੀਂ ਕੌਂਸਲਰ ਬਣੇ ਆ, ਇਲੈਕਸ਼ਨ ਲੜ ਕੇ। ਅਸੀਂ ਉਹਨਾਂ ਦੇ ਆਸ਼ੀਰਵਾਦ ਸਦਕੇ ਜਾਂ ਸਦਕੇ ਹੀ ਕਹਿ ਸਕਦੇ ਹੋ ਤੁਸੀਂ ਕਿ ਅਸੀਂ ਸਮਾਜ ਦੀ ਸੇਵਾ ਕਰ ਰਹੇ ਹਾਂ। ਜਿਵੇਂ ਉਹਨਾਂ ਨੇ ਆਪਣੇ ਟਾਈਮ 'ਤੇ ਕੀਤਾ, ਉਵੇਂ ਹੀ ਅਸੀਂ ਵੀ ਹੁਣ, ਮੈਂ ਔਰ ਮੇਰੇ ਹਸਬੈਂਡ, ਅਸੀਂ ਦੋਨੋਂ ਉਹਨਾਂ ਸੇਵਾ ਕਰ ਰਹੇ ਹਾਂ। ਐਜ਼ ਏ ਕਾਉਂਸਲਰ ਤੁਹਾਨੂੰ ਵੀ ਜਾਣਦੇ ਨੇ ਤੇ ਐਜ਼ ਏ ਜੇ ਫਰੀडम ਫਾਈਟਰ ਪਰਿਵਾਰ ਦੇ ਵਜੋਂ ਵੀ ਤੁਹਾਨੂੰ ਸਾਰੇ ਇੱਥੇ ਜਾਣਦੇ ਨੇ? ਹਾਂਜੀ, ਜਾਣਦੇ ਨੇ ਸਾਨੂੰ ਸਭ। ਮਤਲਬ ਕਿ ਸਾਨੂੰ ਜਥੇਦਾਰ ਰਘਬੀਰ ਸਿੰਘ ਦੀ ਪੋਤ ਨੂੰ ਦੇ ਨਾਮ 'ਤੇ ਵੀ ਸਾਨੂੰ ਸਭ ਜਾਣਦੇ ਨੇ ਇੱਥੇ, ਕਿਉਂਕਿ ਕਾਉਂਸਲਰ 'ਤੇ ਅਸੀਂ ਹੁਣ 10 ਸਾਲਾਂ ਤੋਂ ਬਣੇ ਹਾਂ। ਮੇਰੇ ਵਿਆਹ ਨੂੰ ਤਕਰੀਬਨ 22 ਸਾਲ ਹੋ ਗਏ ਨੇ। ਮੈਨੂੰ ਮਤਲਬ ਕਿ ਉਹਨਾਂ ਦੀ ਪੋਤ ਨੂੰ ਦੇ ਨਾਮ ਤੋਂ ਵੀ, ਜਥੇਦਾਰ ਰਘਬੀਰ ਸਿੰਘ ਦੀ ਪੋਤ ਨੂੰ ਦੇ ਨਾਮ 'ਤੇ ਵੀ ਸਭ ਸਾਨੂੰ ਪਹਿਚਾਣਦੇ ਨੇ। ਸਾਨੂੰ ਇਸ ਚੀਜ਼ ਦਾ ਵੀ ਬੜਾ ਮਾਣ ਹੈ ਕਿਉਂਕਿ ਉਹਨਾਂ ਨੇ ਆਪਣੇ ਦੇਸ਼ ਦੇ ਵਾਸਤੇ ਬਹੁਤ ਜ਼ਿਆਦਾ ਸੇਵਾ ਕੀਤੀ ਸੀ। ਹਾਂਜੀ। ਤਾਂ ਇਸ ਤੋਂ ਇਲਾਵਾ ਸਾਡੇ ਨਾਲ ਅਵਤਾਰ ਸਿੰਘ ਜੀ ਬਾਵਾ, ਉਹ ਵੀ ਇੱਥੇ ਜਿਹੜੇ ਹੈਗੇ, ਉਹਨਾਂ ਦੇ ਵੀ ਪਰਿਵਾਰ ਜਿਹੜਾ ਹੈਗਾ ਆਜ਼ਾਦੀ ਦੀ ਲੜਾਈ ਵਿੱਚ ਬੜਾ ਵੱਡਾ ਉਹਨਾਂ ਦਾ ਯੋਗਦਾਨ ਰਿਹਾ। ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ। ਬਹੁਤ ਬਹੁਤ ਸਵਾਗਤ ਹੈ ਅਵਤਾਰ ਜੀ ਤੁਹਾਡਾ। ਜੀ ਸਰ, ਬਹੁਤ ਬਹੁਤ ਤੁਹਾਡਾ ਵੀ ਸਵਾਗਤ। ਪੂਰੀ ਫਾਸਟਵੇ ਦੀ ਟੀਮ ਦਾ ਵੀ ਬਹੁਤ ਬਹੁਤ ਸਵਾਗਤ ਹੈ ਤੇ ਸਭ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ, ਸ਼ੁਭਕਾਮਨਾਵਾਂ।
ਅਵਤਾਰ ਜੀ, ਤੁਹਾਡੇ ਫਾਦਰ ਸਾਹਿਬ ਸੀਗੇ, ਥੋੜੀ ਜਿਹੀ ਉਹਨਾਂ ਦੀ ਹਿਸਟਰੀ ਆ ਜਿਹੜੀ ਹੈਗੀ ਆ, ਅਸੀਂ ਦਰਸ਼ਕਾਂ ਨੂੰ ਦੱਸਣੀ ਚਾਹਾਂਗੇ। ਜੀ ਬਿਲਕੁਲ ਸਰ, ਜੋ ਮੇਰੇ ਫਾਦਰ ਸਾਹਿਬ ਸੀਗੇ ਉਹ ਅਕਾਲੀ ਦਲ ਦੇ ਵੀ ਜਥੇਦਾਰ ਰਹੇ ਨੇ। ਉਹਨਾਂ ਦਾ ਨਾਮ ਜਥੇਦਾਰ ਸੁਰਜੀਤ ਸਿੰਘ ਸੀ ਤੇ ਉਹਨਾਂ ਦਾ ਜਨਮ 11 ਅਪ੍ਰੈਲ 1923 ਨੂੰ ਹੋਇਆ ਤੇ ਉਸ ਤੋਂ ਬਾਅਦ ਉਹ ਪਾਕਿਸਤਾਨ ਦੇ ਵਿੱਚ ਮੂਵ ਹੋ ਗਏ ਸੀਗੇ ਆਪਣੀ ਭੂਆ ਜੀ ਕੋਲ। ਤੇ ਜਿਹੜੇ ਇਹਨਾਂ ਦੇ ਫੁੱਫੜ ਜੀ ਸੀਗੇ ਉਹ ਬ੍ਰਿਟਿਸ਼ ਆਰਮੀ ਦੇ ਵਿੱਚ ਸਾਰਜੈਂਟ ਸੀਗੇ, ਉੱਥੇ ਸਿਪਾਹੀ ਸੀਗੇ। ਔਰ ਜਦੋਂ ਉਹਨਾਂ ਨੇ ਦੇਖਿਆ ਕਿ ਅੰਗਰੇਜ਼ ਹੁਕਮਰਾਨ ਜੋ ਹੈਗੇ ਨੇ ਸਾਡੇ ਹਿੰਦੁਸਤਾਨੀਆਂ ਦੇ ਨਾਲ ਬਹੁਤ ਹੀ ਜ਼ਿਆਦਾ ਧੱਕਾ ਕਰਦੇ ਨੇ, ਉਹਨਾਂ ਨੂੰ ਜ਼ਲੀਲ ਕਰਦੇ ਨੇ, ਤਾਂ ਉਹਨਾਂ ਦੇ ਫੁੱਫੜ ਜੀ ਬਾਗੀ ਹੋ ਗਏ। ਉਹਨਾਂ ਨੇ ਆਪਣੇ ਅਫਸਰਾਂ ਦਾ ਅਸਲਾ ਤੇ ਜੀਪ ਵੀ ਚੋਰੀ ਕਰੀ। ਉਸ ਤੋਂ ਬਾਅਦ ਉਹਨਾਂ ਨੇ ਬ੍ਰਿਟਿਸ਼ ਹਕੂਮਤ ਦੇ ਨਾਲ ਟਾਕਰਾ ਲਿਆ। ਉਸ ਤੋਂ ਇੰਸਪਾਇਰ ਹੁੰਦੇ ਹੋਏ ਸਾਡੇ ਪਿਤਾ ਜੀ ਵੀ ਬਹੁਤ ਹੀ ਯੰਗ ਏਜ ਦੇ ਵਿੱਚ ਉਹਨਾਂ ਨੇ ਬ੍ਰਿਟਿਸ਼ ਹਕੂਮਤ ਦੇ ਖਿਲਾਫ ਬਹੁਤ ਹੀ ਜੰਗੇ ਆਜ਼ਾਦੀ ਦਾ ਜੋ ਨਾਰਾ ਸੀਗਾ ਉਹਨੂੰ ਬੁਲੰਦ ਕੀਤਾ ਔਰ ਬਹੁਤ ਹੀ ਸਟਰਗਲ ਮੂਵਮੈਂਟਸ ਦੇ ਵਿੱਚ ਉਹਨਾਂ ਨੇ ਪਾਰਟਿਸਿਪੇਟ ਕੀਤਾ। 8 ਅਗਸਤ 1942 ਦੇ ਵਿੱਚ ਮਹਾਤਮਾ ਗਾਂਧੀ ਜੀ ਵੱਲੋਂ ਜਦੋਂ ਕੁਇਟ ਇੰਡੀਆ ਮੂਵਮੈਂਟ ਭਾਰਤ ਛੱਡੋ ਅੰਦੋਲਨ ਦਾ ਆਗਾਜ਼ ਕੀਤਾ ਗਿਆ ਔਰ ਉਹਨਾਂ ਨੇ ਨਾਰਾ ਬੁਲੰਦ ਕੀਤਾ ਡੂ ਔਰ ਡਾਈ, ਕਰੋ ਜਾਂ ਮਰੋ। ਉਸ ਦੌਰਾਨ ਬਹੁਤ ਹੀ ਕਾਰਜਸ਼ੀਲ ਜੋ ਲੀਡਰ ਸੀਗੇ, ਜੋ ਬਹੁਤ ਹੀ ਨੌਜਵਾਨ ਯੂਥ ਸੀਗਾ ਉਸ ਸਮੇਂ, ਉਹਨਾਂ ਨੇ ਕੁਇਟ ਇੰਡੀਆ ਮੂਵਮੈਂਟ ਨੂੰ ਭਰਮਾ ਹੁੰਗਾਰਾ ਦਿੱਤਾ, ਜਿਹਦੇ ਵਿੱਚ ਵੀ ਸਾਡੇ ਪਿਤਾ ਜੀ ਨੇ 1942 ਤੋਂ ਲੈ ਕੇ 1943 ਤੱਕ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਕੈਦ ਵੀ ਕੱਟੀ, ਤਸੀਹੇ ਵੀ ਝੱਲੇ। ਉੱਥੇ ਦੀ ਜੋ ਹੁਕਮਰਾਨ ਸਿੰਘ ਅੰਗਰੇਜ਼ ਉਹਨਾਂ ਦੇ ਦੁੱਖ ਬਹੁਤ ਉਹਨਾਂ ਨੇ ਸਟਰਗਲ ਉੱਥੇ ਕਰਿਆ। ਉਸ ਤੋਂ ਬਾਅਦ ਵੀ ਉਹਨਾਂ ਨੇ ਕਾਫੀ ਮੂਵਮੈਂਟਸ ਦੇ ਵਿੱਚ ਪਾਰਟਿਸਿਪੇਟ ਕੀਤਾ ਜੰਗੇ ਆਜ਼ਾਦੀ ਦੀ, ਤੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਜੋ ਹੈ ਆਪਣਾ ਪਾਇਆ। ਅਵਤਾਰ ਜੀ, ਕਿੰਨਾ ਕੁ ਮਾਣ ਮਹਿਸੂਸ ਹੁੰਦਾ ਕਿ ਇੱਕ ਤੁਸੀਂ ਆਜ਼ਾਦੀ ਘੁਲਾਟੀਏ ਦੇ ਪਰਿਵਾਰ ਤੋਂ ਤੁਸੀਂ ਬਿਲੋਂਗ ਕਰਦੇ ਹੋ? ਸਰ, ਇਹ ਜੋ ਸਾਡੀ ਕੌਮ ਹੈ, ਜੋ ਸਿੱਖ ਕੌਮ ਦੀ ਗੱਲ ਕਰਾਂ, ਇਹ ਮਾਰਸ਼ਲ ਕੌਮ ਹੈ। ਗੁਰੂ ਸਾਹਿਬ ਨੇ ਇਹ ਕੌਮ ਨੂੰ ਖਾਲਸਾ ਇਸੇ ਲਈ ਸਿਰਜਿਆ ਸੀਗਾ ਵਿਸਾਖੀ ਦੇ ਉੱਤੇ ਕਿ ਇਹ ਕੌਮ ਸਾਰੇ ਸੰਸਾਰ ਦਾ ਜੋ ਕਹਿ ਸਕਦੇ ਆਪਾਂ ਸੁਰੱਖਿਆ ਕਰੇ, ਸਭ ਦੇ ਗਊ ਗਰੀਬ ਦੀ ਮਦਦ ਕਰੇ। ਸੋ ਜਦੋਂ ਇਹ ਇੰਸਪੀਰੇਸ਼ਨ ਸਾਨੂੰ ਸੀਨੇ ਬਰ ਸੀਨੇ ਖੂਨ ਦੇ ਵਿੱਚ ਮਿਲਦੀ ਹੈ ਤਾਂ ਓਬਵੀਅਸਲੀ ਜਦੋਂ ਹੀ ਕੋਈ ਹੁਕਮਰਾਨ ਹੈ, ਚਾਹੇ ਬ੍ਰਿਟਿਸ਼ ਗਵਰਨਮੈਂਟ ਹੈ, ਚਾਹੇ ਕਿਸੇ ਹੋਰ ਪ੍ਰਕਾਰ ਦੀ ਗਵਰਨਮੈਂਟ ਹੈ, ਜਦੋਂ ਸਾਡੀ ਆਵਾਮ ਦੇ ਉੱਤੇ ਧੱਕੇਸ਼ਾਹੀ ਕਰੇਗੀ, ਤਸੀਹੇ ਦੇਵੇਗੀ, ਚਾਹੇ ਮੈਂ ਉਹ ਕਿਸਾਨ ਐਜੀਟੇਸ਼ਨ ਦੀ ਗੱਲ ਕਰਾਂ, ਜੋ ਕਿਸਾਨ ਅੰਦੋਲਨ ਹੈ, ਸਾਡੀ ਜ਼ਮੀਨਾਂ ਦੀ ਜੋ ਮੰਗ ਹੈ ਜ਼ਿਮੀਂਦਾਰਾਂ ਦੀ, ਤਾਂ ਓਬਵੀਅਸਲੀ ਹੈ ਇੱਕ ਨਾ ਇੱਕ ਇਨਕਲਾਬ ਦਾ ਨਾਰਾ ਖੜਾ ਹੋਊਗਾ, ਜਿਹਦੇ ਝੰਡੇ ਦੇ ਥੱਲੇ ਹਜ਼ਾਰਾਂ ਇਨਕਲਾਬੀ ਖੜੇ ਹੋਣਗੇ, ਹਜ਼ਾਰਾਂ ਕ੍ਰਾਂਤੀਕਾਰੀ ਪੈਦਾ ਹੋਣਗੇ। ਸੋ ਇਸ ਚੀਜ਼ ਨਾਲ ਇਕੱਲੇ ਮੈਂ ਹੀ ਨਹੀਂ ਮਾਣ ਮਹਿਸੂਸ ਕਰੂੰਗਾ, ਮੇਰੀਆਂ ਆਉਣ ਵਾਲੀਆਂ 7 ਨਸਲਾਂ ਵੀ ਮਾਣ ਮਹਿਸੂਸ ਕਰਨਗੀਆਂ ਕਿ ਅਸੀਂ ਜੰਗੇ ਆਜ਼ਾਦੀ ਦੇ ਵਿੱਚ ਯੋਗਦਾਨ ਦੇਣ ਵਾਲੇ ਕ੍ਰਾਂਤੀਕਾਰੀਆਂ ਦੇ ਪਰਿਵਾਰ ਦੇ ਵਿੱਚੋਂ ਬਿਲੋਂਗ ਕਰਦੇ ਹਾਂ। ਜਿੱਦਾਂ ਕਿ ਤੁਹਾਡੇ ਜਿਹੜੇ ਹੈਗੇ ਫਾਦਰ ਸਾਹਿਬ ਜਾਂ ਹੋਰ ਜਿਹੜੇ ਆਜ਼ਾਦੀ ਘੁਲਾਟੀਏ ਨੇ, ਉਹਨਾਂ ਨੇ ਜਿਹੜੀ ਹੈਗੀ ਆ ਇੱਕ ਸੁਪਨਾ ਸਿਰਜਿਆ ਸੀ ਕਿ ਇੱਕ ਨਵੇਕਲੇ ਭਾਰਤ ਦਾ। ਕੀ ਉੱਦਾਂ ਦਾ ਭਾਰਤ ਹੁਣ ਹੈ ਉਸ ਤਰ੍ਹਾਂ ਦੀ ਉਹਨਾਂ ਦੇ ਜਿਹੜੇ ਹੈਗੇ ਪੈਰੋਕਾਰ ਤੇ ਚੱਲ ਰਹੇ ਨੇ ਸਾਰਾ ਕੁਝ? ਸਰ, ਬਹੁਤ ਹੀ ਅੱਛਾ ਸਵਾਲ ਹੈ ਤੁਹਾਡਾ। ਜੇਕਰ ਇਹ ਭਾਰਤ ਉਹਨਾਂ ਸੂਰਮਿਆਂ ਦੀ ਸਿਰਜੀ ਹੋਈ ਸੋਚ ਦਾ ਜੇ ਆਧਾਰ ਬਣਦਾ ਨਾ ਅੱਜ, ਤਾਂ ਲੱਖਾਂ ਜੋ ਨੌਜਵਾਨ ਇੱਥੋਂ ਉੱਜੜ ਕੇ ਕੈਨੇਡਾ, ਅਮਰੀਕਾ, ਨਿਊਜ਼ੀਲੈਂਡ, ਆਸਟ੍ਰੇਲੀਆ ਵੱਲ ਸ਼ਿਰਕਤ ਕਰਦੇ ਨੇ, ਤਾਂ ਉਹ ਸ਼ਿਰਕਤ ਨਾ ਕਰਦੇ। ਅੱਜ ਦਾ ਯੂਥ ਜੋ ਇੰਨਾ ਟੈਲੈਂਟਡ ਹੈ, ਇੰਨਾ ਪੜ੍ਹਿਆ ਲਿਖਿਆ ਹੈ, ਉਹਨਾਂ ਦੇ ਮਾਂ-ਬਾਪ ਉਹਨਾਂ ਨੂੰ ਲੱਖਾਂ ਰੁਪਈਆ ਦੇ ਕੇ ਡਿਗਰੀਆਂ ਕਰਵਾ ਕੇ ਚੰਗੀ ਕਾਲਜਸ, ਯੂਨੀਵਰਸਿਟੀ ਦੇ ਵਿੱਚ ਕਰਦੇ ਨੇ, ਉਹਨਾਂ ਲਈ ਜੌਬ ਓਪਰਚੁਨਿਟੀਜ਼ ਨਹੀਂ ਹੈਗੀਆਂ। ਬੇਸ਼ੱਕ ਇਹਨਾਂ ਯੋਧਿਆਂ ਨੇ ਦੇਸ਼ ਨੂੰ ਆਜ਼ਾਦ ਤਾਂ ਕਰਵਾ ਦਿੱਤਾ, ਪਰ ਜੋ ਇੱਥੇ ਦਾ ਸਿਆਸੀ ਔਰ ਐਡਮਿਨਿਸਟ੍ਰੇਸ਼ਨ ਦਾ ਜੋ ਦਰ ਹੈ, ਸਤਰ ਹੈ, ਉਹ ਬਹੁਤ ਹੀ ਗਿਰਿਆ ਹੋਇਆ, ਜਿਹੜਾ ਕਿ ਆਪਣੇ ਲੋਕਾਂ ਨੂੰ ਹੈਲਥ ਫੈਸਿਲਿਟੀ ਤੱਕ ਵੀ ਮੁਹੱਈਆ ਨਹੀਂ ਕਰਵਾ ਸਕਦਾ, ਨੌਜਵਾਨਾਂ ਨੂੰ ਨੌਕਰੀ ਨਹੀਂ ਪ੍ਰੋਵਾਈਡ ਕਰਾ ਸਕਦਾ ਹੈਗਾ, ਬਜ਼ੁਰਗਾਂ ਨੂੰ ਉਹ ਇਲਾਜ ਦੇ ਪੱਖੋਂ ਲੋਕ ਮਰ ਰਹੇ ਨੇ, ਛੋਟੇ ਛੋਟੇ ਬੱਚੇ ਮਰ ਰਹੇ ਨੇ, ਕਿੰਨਾ ਹੀ ਹਨੇਰਗਰਦੀ ਹੋ ਰਹੀ ਹੈ। ਤਾਂ ਮੈਂ ਨਹੀਂ ਸਮਝਦਾ ਹੈਗਾ ਇਹ ਭਾਰਤ ਉਹ ਭਾਰਤ ਆ ਜਿਹੜਾ ਯੋਧਿਆਂ ਨੇ ਸੋਚ ਕੇ ਆਜ਼ਾਦ ਕਰਵਾਇਆ ਸੀ। ਕੁਰਬਾਨੀਆਂ, ਇੱਕ ਇੱਕ ਖੂਨ ਦਾ ਕਤਰਾ ਵੀ ਉਹਨਾਂ ਨੇ ਆਪਣਾ ਦਿੱਤਾ। ਸੋ ਮੈਂ ਸਮਝਦਾ ਉਹ ਭਾਰਤ ਅੱਜ ਦਾ ਅਜੋਕਾ ਭਾਰਤ ਨਹੀਂ ਹੈ। ਬਹੁਤ ਬਹੁਤ ਧੰਨਵਾਦ। ਤਾਂ ਇਹ ਸਨ ਜਿਹੜੇ ਆਜ਼ਾਦੀ ਘੁਲਾਟੀਏ, ਉਹਨਾਂ ਦੇ ਪਰਿਵਾਰ ਦੇ ਜਿਹੜੇ ਹੈਗੇ ਉਹਨਾਂ ਦੇ ਬੇਟੇ ਤੇ ਉਹਨਾਂ ਦੇ ਅੱਗੇ ਜਿਹੜੇ ਹੈਗੇ ਪੁੱਤਰੇ, ਉਹਨਾਂ ਨਾਲ ਅਸੀਂ ਉਹਨਾਂ ਦੇ ਅੱਜ ਘਰ ਪਹੁੰਚੇ ਸੀ, ਉਹਨਾਂ ਦੀ ਸਪੈਸ਼ਲ ਜਿਹੜੀ ਹੈਗੀ ਕਵਰੇਜ ਲਈ ਪਹੁੰਚੇ ਸੀ। ਉਹਨਾਂ ਨੇ ਜਿਹੜੀ ਹੈਗੇ ਦੱਸਿਆ ਕਿ ਜੋ ਉਹਨਾਂ ਦੇ ਬਜ਼ੁਰਗਾਂ ਨੇ ਆਜ਼ਾਦੀ ਲਈ ਲੜਾਈਆਂ ਲਈ ਸੁਪਨੇ ਵੇਖੇ ਸੀ, ਉਹ ਅਜੋਕਾ ਭਾਰਤ ਨਹੀਂ ਹੈ, ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਕੈਮਰਾਮੈਨ ਦਲਵੀਰ ਪੰਧੇਰ ਦੇ ਨਾਲ ਲਖਵਿੰਦਰ ਲੱਕੀ, ਫਾਸਟ ਵੇ ਨਿਊਜ਼ ਖੰਨਾ।